आनंदपुर साहब के मते की गल हुंदी है। आनंदपुर साहब के मते च की है कि किसानी की गल नहीं, कि साडे नौजवानों के रोजगार की गल नहीं है, कि साडे पानियां की गल नहीं, साडी बोली की गल नहीं, साडी धरती की गल नहीं। राजनीतिक पार्टियां ने सिरां दी गिनती की पॉलिटिक्स करनी है। हुण उन्हां नूं लोक हितां लई कोई मतलब नहीं। 17 सालां तो देखते आने आ, किसी ने लोगों के हितों की गल नहीं की हुंदी तां इत्थों ताईं पहुंचदा ही नहीं सी। तुसीं गल खालिस्तान की वार-वार करदे आ। मोदी अज हिंदू राष्ट्र की गल कर रहा है, बीजेपी आरएसएस कर रही है, पूरे मुल्क नूं हिंदू राष्ट्र बनाउणा है। कदे अपने चैनलों ते चलाउने हो? खेती करदे आ कि नहीं करदे? असीं किसी भी प्रोफैशन दे होइए, असीं किसानां दे नाल आ। 50% इकोनॉमी एग्रीकल्चर ते निर्भर आ, ते साडे लई तां यही लाहेवंद है ना। जे इहदे ते सानू आके सੱਟ मारनगे असीं किवें सहांगे? किसान सड़कों ते रुली जाते आ, कंगना दा छज्जा ढा दिंदे आ, उहनूं तां नैशनल मीडिया ऐ चलाउंदा जिवें पता नहीं किड्डा क वड्डा जुल्म ते जबर हो गया। ਚੰਡੀਗੜ੍ਹ ਦੇ ਵਿੱਚ ਕਲਾਕਾਰਾਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ, ਜਿਸ ਦੇ ਵਿੱਚ ਦੀਪ ਸਿੱਧੂ ਸਮੇਤ ਕਈ ਕਲਾਕਾਰ ਮੌਜੂਦ ਰਹੇ। ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਮੌਜੂਦ ਸੀ। ਦੱਸਦੀ ਹੈ ਕਿ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਪੰਜਾਬ ਭਰ ਦੇ ਵਿੱਚ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਨੂੰ ਵਾਪਸ ਲੈਣ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ, ਪਰ ਫਿਰ ਵੀ ਕੇਂਦਰ ਵੱਲੋਂ ਇਹ ਕਾਨੂੰਨ ਵਾਪਸ ਨਹੀਂ ਲਿਆ ਜਾ ਰਿਹਾ। ਇਸੇ ਦੇ ਵਿਰੋਧ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਇਕਮੁੱਠ ਹੋ ਗਈਆਂ ਹਨ, ਉੱਥੇ ਹੀ ਕਿਸਾਨਾਂ ਦਾ ਸਾਥ ਦੇਣ ਦੇ ਲਈ ਗਾਇਕ ਤੇ ਕਲਾਕਾਰ ਅੱਗੇ ਹੋਏ ਹਨ। ਇਹ ਪੰਜਾਬ ਦੇ ਉਹ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀਆਂ ਦੇ ਮਨ ਦੇ ਵਿੱਚ ਇੱਕ ਛਾਪ ਛੱਡੀ ਹੈ। ਕਿਸਾਨਾਂ ਵੱਲੋਂ ਜਿੱਥੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਮਨਾ ਕੀਤਾ ਗਿਆ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਇਹਨਾਂ ਗਾਇਕ ਕਲਾਕਾਰਾਂ ਦੇ ਨਾਲ ਖੜੀਆਂ ਨਜ਼ਰ ਆਈਆਂ। ਗਾਇਕ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਹਨ। ਇਸੇ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਦੀਪ ਸਿੱਧੂ ਸਮੇਤ ਕਈ ਕਲਾਕਾਰਾਂ ਨੇ ਪੱਤਰਕਾਰ ਵਾਰਤਾ ਕੀਤੀ ਅਤੇ ਕੇਂਦਰ ਸਰਕਾਰ ਦੇ ਇਸ ਫਰਮਾਨ ਦਾ ਵਿਰੋਧ ਕੀਤਾ। ਉਹਨਾਂ ਵੱਲੋਂ ਇਸ ਸੰਬੰਧੀ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਇੱਕ ਰਣਨੀਤੀ ਬਣਾ ਕੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਜਿਹੜਾ ਸ਼ੰਭੂ 'ਚ ਸੰਘਰਸ਼ ਵਿੱਢਿਆ ਗਿਆ ਉਹ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਹਿੱਤ ਲਈ ਹੀ ਵਿੱਢਿਆ ਗਿਆ। ਸੋ ਸੰਘਰਸ਼ ਜਿੱਥੇ ਵੀ ਹੋਏ ਪੰਜਾਬ 'ਚ, ਜਿਨ੍ਹਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ, ਕੋਈ ਵੀ ਸੰਘਰਸ਼ ਆ ਉਹ ਇਸ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾਂ ਨਹੀਂ ਕੀਤਾ ਜਾਊਗਾ। ਪਰ ਉਹਦੇ 'ਚ ਜਿਹੜੀ ਪ੍ਰਾਇੋਰਟੀ ਆ, ਪੈਰਾਮਾਊਂਟ ਖਦਸ਼ੇ ਆ, ਉਹ ਕਿਸਾਨਾਂ ਦੇ ਇਸ ਵੇਲੇ ਜੋ ਸਰਕਾਰ ਕਰ ਰਹੀ ਆ ਉਹਨੂੰ ਰੱਖਿਆ ਜਾਊਗਾ। ਹਾਂਜੀ, ਅਸੀਂ ਜਿਵੇਂ ਤੁਹਾਨੂੰ ਕਿਹਾ ਇੱਕ 14 ਮੈਂਬਰੀ ਕਮੇਟੀ ਬਣੂਗੀ, ਸੋ ਉੱਥੇ ਸਾਨੂੰ ਗਾਈਡੈਂਸ ਵੀ ਮਿਲੂਗੀ ਤੇ ਅਸੀਂ ਆਪਦੇ ਪੱਖ ਵੀ ਰੱਖਾਂਗੇ। ਸੋ ਜਿਹੜੀ ਗੱਲ ਸਾਂਝੇ ਤੌਰ ਤੇ ਅਸੀਂ ਉਲੀਕਾਂਗੇ ਉਸੇ ਗੱਲ ਨੂੰ ਅੱਗੇ ਨੌਜਵਾਨੀ 'ਚ ਵੀ ਰੱਖਿਆ ਜਾਊਗਾ, ਸਾਡੇ ਪੰਜਾਬ ਦੇ ਹਰ ਵਰਗ 'ਚ ਰੱਖਿਆ ਜਾਊਗਾ। ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਤੁਸੀਂ ਆਪਾਂ ਇਹ ਕੁਐਸਚਨ ਇੱਥੇ ਕਰੀਏ ਨਾ, ਕਿਉਂਕਿ ਜਿੱਥੇ ਯੂਥ ਹੁੰਦਾ ਹੈ ਪਰ ਇਹਦਾ ਜਵਾਬ ਦੇਣਾ ਵੀ ਬਣਦਾ। ਨਹੀਂ ਮੈਨੂੰ ਕੀ ਲੱਗਦਾ, ਸੌਰੀ ਵੀਰੇ, ਤੁਸੀਂ ਮਾਈਂਡ, ਮੈਨੂੰ ਲੱਗਦਾ ਵੀ ਸਾਨੂੰ ਇਹ ਕੁਐਸਚਨ ਨਹੀਂ ਕਰਨਾ ਚਾਹੀਦਾ। ਤੁਸੀਂ ਮਾਈਂਡ ਨਾ ਕਰਿਓ। ਅਸੀਂ ਪਲੀਜ਼ ਮਤਲਬ ਸੁਣਿਓ, ਮੈਂ ਦੱਸਦਾ, ਮੈਂ ਗੱਲ ਕਰਦਾ ਜੀ, ਜਿਹੜੀ ਚੀਜ਼ ਦੀ ਤੁਸੀਂ ਗੱਲ ਕਰੋਗੇ ਮੁੜ ਕੇ ਉਹ ਵਿੱਚ ਖੜੀਆਂ ਹੋ ਜਾਣਗੀਆਂ ਚੀਜ਼ਾਂ। ਹਾਲੇ ਤਾਂ ਹੈ ਨਹੀਂ, ਜਿਹੜਾ ਮਤਲਬ ਜ਼ਖਮ ਆਪਾਂ ਛੇੜਾਂਗੇ ਉਹਨੂੰ ਲੋੜ ਹੀ ਨਹੀਂ ਛੇੜਨ ਦੀ ਜੀ। ਕੋਈ ਇਹੋ ਜਿਹਾ ਕੁਝ ਨਹੀਂ। ਮੈਂ ਜਵਾਬ ਦਿੰਦਾ ਹੱਕ ਅਸੀਂ ਇੱਕ ਮਿੰਟ ਵੀਰੇ, ਅਸੀਂ ਪੰਜਾਬ ਨੂੰ ਸ਼ਾਨ, ਸਾਡੀ ਸਟੇਜ ਤੋਂ ਗੱਲ ਹੋਈ, ਪੋਲੀਟੀਕਲੀ ਤਾਂ ਪਹਿਲੇ ਚਾਹੁੰਦੇ ਆ ਲੋਕ, ਨਹੀਂ ਸਟੇਜ ਤੋਂ ਗੱਲ ਹੋਈ, ਆ ਕੇ ਕੰਮ ਖਰਾਬ ਕਰਦੀਆਂ ਨੇ ਸ਼ਰਾਰਤੀ ਅਨਸਰਾਂ ਦੇ ਕੰਮਾਂ ਦੇ ਲਈ। ਤੁਸੀਂ ਕਲਾਕਾਰਾਂ ਨੂੰ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜ਼ਿੰਮੇਵਾਰ ਇੱਕ ਚੀਜ਼ ਆ ਜੀ। ਦੇਖੋ ਜੀ, 10,000 ਬੰਦੇ ਦਾ ਇਕੱਠ ਆ ਜੀ। 10,000 ਬੰਦੇ ਦੇ ਵਿੱਚ ਜੇ 10 ਬੰਦੇ ਪਿੱਛੋਂ ਗਲਤ ਖੜੇ ਕੁਝ ਬੋਲ ਵੀ ਦੇਣ, ਸਾਨੂੰ ਗੋਲਣਾ ਨਹੀਂ ਚਾਹੀਦਾ ਉਹਨਾਂ ਨੂੰ। ਸਾਨੂੰ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦੇਣੀ ਚਾਹੀਦੀ। ਜੇ ਅਸੀਂ ਉਹਨਾਂ ਦੇ ਕੁਐਸਚਨ ਕਰ ਲਾਂਗੇ, ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡੀ ਹੁਣ ਗੱਲ ਹੋਣ ਲੱਗ ਗਈ ਆ। ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ। ਆਨੰਦਪੁਰ ਸਾਹਿਬ ਦੇ ਮਤੇ 'ਚ ਕੀ ਹੈ ਕਿ ਕਿਸਾਨੀ ਦੀ ਗੱਲ ਨਹੀਂ, ਕਿ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਨਹੀਂ ਹੈ, ਕਿ ਸਾਡੇ ਪਾਣੀਆਂ ਦੀ ਗੱਲ ਨਹੀਂ, ਸਾਡੀ ਬੋਲੀ ਦੀ ਗੱਲ ਨਹੀਂ, ਸਾਡੀ ਧਰਤੀ ਦੀ ਗੱਲ ਨਹੀਂ। ਨਹੀਂ ਦੇਖੋ ਖਾਲਸ ਚਲੋ ਯਾਰ, ਗੱਲ ਕਿਸਾਨੀ ਦੀ ਹੋ ਰਹੀ ਹੈ, ਆਪਾਂ ਨੂੰ ਪਤਾ ਨਹੀਂ। ਤੁਸੀਂ ਆਪਣੀ TRP ਲੈ ਕੇ ਕਿਹੜੇ ਮੁੱਦੇ ਚੱਕ ਦਿੰਦੇ ਹੋ ਯਾਰ। ਕਿਸਾਨਾਂ ਵਿਰੋਧੀ ਨੇ ਉਹ
ਪਰ ਇਹਦਾ ਜਵਾਬ ਵੀ ਦਿੰਨੇ ਆ ਜੀ। ਇਹਦਾ ਸੰਜੀਦਗੀ ਨਾਲ ਇਹਦਾ ਜਵਾਬ ਨਹੀਂ ਹਾਂਜੀ ਕੋਈ ਨਹੀਂ ਜੀ। ਰਾਜਨੀਤਿਕ ਪਾਰਟੀਆਂ ਨੇ ਸਿਰਾਂ ਦੀ ਗਿਣਤੀ ਦੀ ਪੋਲਿਟਿਕਸ ਕਰਨੀ ਹੈ। ਹੁਣ ਉਹਨਾਂ ਨੂੰ ਲੋਕ ਹਿੱਤਾਂ ਲਈ ਕੋਈ ਮਤਲਬ ਨਹੀਂ, ਕਿਉਂਕਿ ਅਸੀਂ 17 ਸਾਲਾਂ ਤੋਂ ਦੇਖਦੇ ਆਉਣੇ ਆ ਕਿਸੇ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਹੁੰਦੀ ਤਾਂ ਇੱਥੋਂ ਤਾਈਂ ਪਹੁੰਚਦਾ ਹੀ ਨਹੀਂ ਸੀ। ਸੋ ਹੁਣ ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ, ਕਿਸਾਨ ਵੀ ਬੜੇ ਜਾਗਰੂਕ ਆ, ਇਸ ਗੱਲ ਨੂੰ ਸਮਝ ਗਏ ਆ ਵੀ ਰਾਜਨੀਤਿਕ ਪਾਰਟੀਆਂ ਆਪਦਾ ਝੰਡਾ ਛੱਡ ਕੇ ਇਸ ਸੰਘਰਸ਼ 'ਚ ਆ ਕੇ ਜੇ ਸਾਡੇ ਨਾਲ ਬੈਠਣ ਨੂੰ ਤਿਆਰ ਆ, ਜੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠਾਂ ਬੈਠਣ ਨੂੰ ਤਿਆਰ ਆ, ਇਕਜੁੱਟਤਾ ਕਰਨ ਨੂੰ ਤਿਆਰ ਆ, ਤਾਂ ਦੇ ਆ ਮੋਸਟ ਵੈਲਕਮ। ਅਸੀਂ ਤਾਂ ਲਾਮਬੰਦੀ ਕਰਨੇ ਆ ਨਾ, ਲੋਕ ਹੀ ਜੋੜਨੇ ਆ ਨਾ ਨਾਲ ਇਸ ਸੰਘਰਸ਼ 'ਚ। ਹਾਂਜੀ ਭਾਈ ਇੱਕ ਮੇਰਾ ਜਵਾਬ ਲੈ ਲਓ ਤੁਸੀਂ ਗੱਲ। ਭਾਈ ਇੱਕ ਮਿੰਟ ਦੀਪ, ਹਾਂਜੀ ਤੁਸੀਂ ਗੱਲ ਖਾਲਿਸਤਾਨ ਦੀ ਵਾਰ-ਵਾਰ ਕਰਦੇ ਆ। ਮੋਦੀ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਹੈ, ਬੀਜੇਪੀ ਆਰਐਸਐਸ ਕਰ ਰਹੀ ਹੈ, ਪੂਰੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਕਦੇ ਆਪਣੇ ਚੈਨਲਾਂ ਤੇ ਚਲਾਉਨੇ ਹੋ? ਨਹੀਂ ਆ ਪਿਆ ਨਹੀਂ, ਪਰ ਇੱਕ ਮਿੰਟ ਮੈਂ ਇੱਕ ਹੋਰ ਇਹਦੀ ਗੱਲ ਨਹੀਂ ਭਾਈ ਇੱਕ ਮਿੰਟ ਨਹੀਂ ਗੱਲ ਲੈਟ ਮੀ ਆਨਸਰ ਯੋਰ ਕੁਐਸਚਨ। ਗੱਲ ਕੀ ਹੋ ਰਹੀ ਹੈ? ਪੰਜਾਬ ਦੇ ਏਕੇ ਦੀ ਗੱਲ ਹੋ ਰਹੀ ਹੈ। ਸੀ ਸਾਡੇ ਨਾਲ ਹਾਂ ਭਾਈ ਮੈਂ ਖੇਤੀ ਦੇ ਨਾਲ ਅਸੀਂ ਸਿਰਫ ਕਿਸਾਨਾਂ ਦੇ ਨਾਲ ਆ, ਹੋਰ ਕੋਈ ਮੁੱਦਾ ਨਹੀਂਗਾ। ਹਾਂਜੀ ਤੁਹਾਡਾ ਜਵਾਬ ਦਿੰਨੇ ਆ ਪਲੀਜ਼। ਬਈ ਫਾਇਦਾ ਨਹੀਂ ਇਸ ਟੌਪਿਕ ਤੇ ਗੱਲ ਕਰਨ ਦਾ। ਦੀਪ ਕੋਈ ਫਾਇਦਾ ਨਹੀਂ ਇਸ ਟੌਪਿਕ ਤੇ ਗੱਲ। ਇੱਕ ਮਿੰਟ ਦੇਖੋ ਜੀ, ਕਿਸਾਨ ਜਥੇਬੰਦੀਆਂ ਨੇ ਸਾਨੂੰ ਇਹ ਦੱਸਿਆ, ਜਿਵੇਂ ਹੁਣ ਉਹ ਦੱਸ ਰਹੇ ਨੇ ਕਿ ਅਸੀਂ ਮਤਲਬ ਜਿੰਨੇ ਅਡਾਨੀ ਅੰਬਾਨੀ ਆ ਜਿਹੜੇ ਵੱਡੇ ਘਰ ਉਹਨਾਂ ਦਾ ਬਾਈਕਾਟ ਕਰੋ। ਆਹੀ ਗੱਲ ਅਸੀਂ ਪਹਿਲਾਂ ਹੀ ਬੋਲੇ ਆਏ ਉੱਥੇ। ਮਤਲਬ ਸਾਡਾ ਜੋ ਡਾਇਰੈਕਸ਼ਨ ਆ ਸਾਡੀ ਸੇਮ ਹੀ ਆ। ਵੱਖਰੀ ਗੱਲ ਆ ਕਿ ਅਸੀਂ ਮਿਲੇ ਨਹੀਂ ਸੀ। ਹਾਂ ਖੂਨ ਗਰਮ ਆ, ਚਲੋ ਯੰਗ ਬਲੱਡ ਆ ਸਾਡਾ, ਤੇ ਉਹਨਾਂ ਦੇ ਤਜਰਬੇ ਦਾ ਬਹੁਤ ਫਰਕ ਆ। ਕਿਸੇ ਨੇ ਜੇ ਕੋਈ ਮਾੜੀ ਮੋਟੀ ਉੱਚੀ ਨੀਵੀਂ ਗੱਲ ਕਰਤੀ, ਮੈਂ ਸਾਰੇ ਪ੍ਰੈਸ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਸਾਡੇ ਨਾਲ ਖੜੋ। ਉਹਨਾਂ ਗੱਲਾਂ ਨੂੰ ਦੇਖੋ, ਅੱਗੇ ਵੀ ਤੁਸੀਂ ਬਹੁਤ ਕੁਝ ਇਗਨੋਰ ਕਰਨਾ ਪੈਂਦਾ, ਇਗਨੋਰ ਕਰੋ ਉਸ ਚੀਜ਼ ਨੂੰ, ਔਰ ਜਿਹੜੀ ਆਪਣੀ ਮੇਨ ਲੜਾਈ ਆ ਆਪਾਂ ਉਹੀ ਲੜੀਏ। ਪਲੀਜ਼ ਉਸੇ ਤੇ ਹੀ ਫੋਕਸ ਕਰੋ ਔਰ ਉਹੀ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓ, ਤਾਂ ਬਾਹਲੀ ਵਧੀਆ ਗੱਲ ਹੈ ਜੀ। ਪਰ ਇੱਕ ਗੱਲ ਆ ਜੀ, ਸਾਰੇ ਕਰਦੇ ਆ, ਸਾਰੇ ਹੀ ਕਰਦੇ ਖੇਤੀ ਅੱਜ ਦੇ ਸਮੇਂ 'ਚ ਲਾਹੇਵੰਦ ਕਰਦਾ ਹੈ ਕਿ ਨਹੀਂ ਹੈ ਬਾਈ? ਇੱਕ ਗੱਲ ਇਹਦਾ ਜਵਾਬ ਦੇਣਾ ਜੀ, ਇੱਕ ਮਿੰਟ ਜਵਾਬ ਦਿੰਨੇ ਆ ਇਹਦਾ। ਇਹ ਦੇਖੋ ਸਾਨੂੰ ਪੁੱਛ ਲਓ ਸਵਾਲ ਹੈ। ਨਹੀਂ ਜੀ ਇਹਦਾ ਜਵਾਬ ਇਹਨਾਂ ਦਾ ਪ੍ਰੋਫੈਸ਼ਨ ਨਹੀਂ ਜੀ, ਇਹਨਾਂ ਨੂੰ ਜਵਾਬ ਵੀ ਦੇ ਦਿੰਦੇ ਨਹੀਂ। ਇਹ 20 ਸਾਲਾਂ ਤੋਂ ਘਰਾਂ ਤੋਂ ਸ਼ਾਇਦ ਬਾਹਰ ਹੋਣਗੇ। ਇਹ ਨਾ ਤੁਹਾਨੂੰ ਮੈਂ ਮੇਰੇ ਤੋਂ ਅੰਕੜੇ ਨਾਲ ਲੋਇਸ ਕਰ। ਨਹੀਂ ਜੀ ਕੋਈ ਨਹੀਂ, ਆਪਾਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਨਹੀਂ ਕੋਈ ਨਹੀਂ, ਤੁਸੀਂ ਆਨਸਰ ਦਿਓ ਜੀ ਆਨਸਰ। ਕਰਨੀ ਤਾਂ ਜ਼ਰੂਰੀ ਨਹੀਂ ਗੀ ਸਾਥ ਦੇਣ ਲਈ, ਸਿਰਫ ਸਾਡੇ ਅੰਦਰ ਉਹਦਾ ਜਜ਼ਬਾਤ ਹੋਣਾ ਜ਼ਰੂਰੀ ਆ। ਕਿਸਾਨੀ ਮਜ਼ਦੂਰੀ ਕਰਦੇ ਉਹਨਾਂ ਕੋਲ ਕਿੰਨਾ ਜ਼ਮੀਨ ਆ, ਦੀ ਹੱਡੀ ਆ ਪੰਜਾਬ ਦੀ। ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਅਸੀਂ ਖੇਤੀ ਕਰਦੇ ਆ ਕਿ ਨਹੀਂ ਕਰਦੇ? ਅਸੀਂ ਕਿਸੇ ਵੀ profession ਦੇ ਹੋਈਏ, ਅਸੀਂ ਕਿਸਾਨਾਂ ਦੇ ਨਾਲ ਆ। ਮਜ਼ਦੂਰ ਵੀ ਨਾਲ ਆ, ਸਾਰਾ ਨਾਲ ਅਸੀਂ ਏਕਤਾ ਦੀ ਗੱਲ ਕਰਦੇ ਆ। ਲਾਹੇਵੰਦ ਨਹੀਂ ਹੈ, ਨਹੀਂ ਲਾਹੇਵੰਦ ਨਹੀਂ ਹੈ। ਸਰ I'll give you an answer। ਇੱਕ ਮਿੰਟ ਮੈਂ ਕਰਦਾ ਜੀ, ਮੈਂ ਨਹੀਂ ਜਵਾਬ ਦਿੰਨੇ ਆ ਬਾਈ ਜੀ ਜਵਾਬ ਦਿੰਨੇ ਆ ਭੈਣੇ ਬਾਈ ਜੀ ਗੱਲ ਇੱਕ ਮਿੰਟ ਪਹਿਲਾਂ ਇੱਧਰ ਜਵਾਬ ਦੇ। ਖੇਤੀ ਲਾਹੇਵੰਦ ਮਾਡਰਨ ਇਕਨੋਮੀ ਨੂੰ ਜੇ ਅਸੀਂ ਕੰਸੀਡਰ ਕਰੀਏ ਨਾ, ਤਾਂ ਇਕਨੋਮੀ ਦਾ ਇੱਕ ਸਟਰਕਚਰ ਆ। ਇਕਨੋਮੀ ਪਹਿਲਾਂ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀ ਇਕਨੋਮੀ ਬਣਦੀ ਹੈ, ਇੰਡਸਟਰੀ ਤੋਂ ਸਰਵਿਸ ਇਕਨੋਮੀ ਬਣਦੀ ਆ। ਪਰ ਪੰਜਾਬ ਨੂੰ ਸਿਰਫ ਐਗਰੇਰੀਅਨ ਮਾਡਲ ਤੱਕ ਹੀ ਸੀਮਤ ਰੱਖਿਆ ਗਿਆ। ਜਾਣ ਕੇ ਸੈਂਟਰ ਤੇ ਸਟੇਟ ਰਿਲੇਸ਼ਨਸ਼ਿਪ ਪੜਾਂਗੇ ਆਪਾਂ, ਇਹ ਗੱਲ ਸਮਝ ਆਊਗੀ ਸਾਨੂੰ। ਪੰਜਾਬ ਨੂੰ ਕਦੇ ਵੀ ਇੰਡਸਟਰੀ ਇਕਨੋਮੀ ਬਣਾਇਆ ਹੀ ਨਹੀਂ ਗਿਆ, ਤੇ ਸਰਵਿਸ ਇਕਨੋਮੀ ਤੱਕ ਜੇ ਅਸੀਂ ਜਾਂਦੇ ਆ, ਸਾਡੇ ਤੋਂ ਜੇ ਪੂੰਜੀਪਤੀ ਇੱਥੇ ਆ ਜਾਣਗੇ, ਸਾਨੂੰ ਕਦੇ ਕੋਈ ਵੱਡੇ ਐਜੂਕੇਸ਼ਨਿਸਟ ਜਾਂ ਐਜੂਕੇਸ਼ਨਲ ਇੰਸਟੀਚਿਊਟਸ ਨਹੀਂ ਦਿੱਤੇ ਗਏ। ਸਾਨੂੰ ਕੋਈ ਜਦੋਂ ਵੱਡੇ ਹੋਟਲ ਸਾਡੇ ਕੋਲੇ ਹੈ ਨਹੀਂ, ਟੂਰਿਜ਼ਮ ਸਾਡੇ ਕੋਲੇ ਹੈ ਨਹੀਂ, ਤਾਂ ਸਰਵਿਸ ਇਕਨੋਮੀ ਵੀ ਹੈ ਨਹੀਂ। ਅੱਜ ਪੰਜਾਬ ਕੋਲੇ ਸਿਰਫ ਐਗਰੀਕਲਚਰ ਇਕਨੋਮੀ ਆ। ਸਾਡੀ 55% ਇਕਨੋਮੀ ਐਗਰੀਕਲਚਰ ਤੇ ਨਿਰਭਰ ਆ, ਤੇ ਸਾਡੇ ਲਈ ਤਾਂ ਇਹੀ ਲਾਹੇਵੰਦ ਆ ਨਾ। ਜੇ ਇਹਦੇ ਤੇ ਸਾਨੂੰ ਆ ਕੇ ਸੱਟ ਮਾਰਨਗੇ, ਅਸੀਂ ਕਿਵੇਂ ਸਹਾਂਗੇ? ਖੇਤੀ ਤੋਂ ਬਿਨਾਂ ਕਿਵੇਂ ਕਲਪ ਲਾਂਗੇ ਪੰਜਾਬ ਨੂੰ? ਸਾਡੇ ਤਾਂ ਢਿੱਡ ਕਿਸਾਨੀ ਭਰਦੀ ਆ। ਸੋ ਸਾਡੇ ਲਈ ਲਾਹੇਵੰਦ ਆ ਜੀ, ਕਿਉਂਕਿ ਸਾਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ। ਅਗਲੀ ਗੱਲ ਖਾਲਿਸਤਾਨ ਦੀ ਗੱਲ ਕਰਦੇ ਆ। ਗੱਲ ਜਦੋਂ ਖਾਲਿਸਤਾਨ ਦੀ ਹੁੰਦੀ ਆ ਜਾਂ ਕਿਸੇ ਸੈਪਰੇਟ ਸਟੇਟ ਦੀ ਹੁੰਦੀ ਆ, ਕਿਉਂ ਹੁੰਦੀ ਆ? ਜਦੋਂ ਲੋਕਾਂ 'ਚ ਤਣਾਅ ਤੇ ਟਕਰਾਅ ਪੈਦਾ ਹੁੰਦਾ, ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪੈਦਾ ਹੁੰਦਾ। ਸਰਕਾਰ ਅੱਜ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਬਣਾਈ ਜਾਂਦੀ ਆ।
ਕਿਸਾਨ ਸੜਕਾਂ ਤੇ ਰੁਲੀ ਜਾਂਦੇ ਆ, ਕੰਗਣਾ ਦਾ ਛੱਜਾ ਢਾ ਦਿੰਦੇ ਆ, ਉਹਨੂੰ ਤਾਂ ਨੈਸ਼ਨਲ ਮੀਡੀਆ ਐ ਚਲਾਉਂਦਾ ਜਿਵੇਂ ਪਤਾ ਨਹੀਂ ਕਿੱਡਾ ਕੁ ਵੱਡਾ ਜ਼ੁਲਮ ਤੇ ਜ਼ਬਰ ਹੋ ਗਿਆ, ਪਰ ਕਿਸਾਨਾਂ ਦੀਆਂ ਜੇ ਹੱਡੀਆਂ ਤੋੜਦੇ ਆ ਸੜਕਾਂ ਤੇ ਉਹਨੂੰ ਕੋਈ ਦਿਖਾਉਂਦਾ ਨਹੀਂ। ਸੋ ਫਿਰ ਮੈਨੂੰ ਦੱਸੋ, ਨਹੀਂ ਬਾਈ ਜੀ ਤੁਸੀਂ ਦਿਖਾਇਆ, ਨੈਸ਼ਨਲ ਮੀਡੀਆ ਦੀ ਗੱਲ ਕਰੋ ਮੈਨੂੰ, ਠੀਕ ਆ, ਆਪਾਂ ਤਾਂ ਦਿਖਾਉਣਾ ਹੀ ਆ ਪੰਜਾਬ ਵਾਲੇ। ਹੁਣ ਜੇ ਅਸੀਂ ਕਹਿੰਦੇ ਆ ਸਾਡੇ ਨੈਰੇਟਿਵ ਨੂੰ, ਸਾਡੇ ਬਿਰਤਾਂਤ ਨੂੰ ਕਿਸਾਨਾਂ ਨੇ ਅੱਜ ਕਿਹਾ ਸਾਡੇ ਢਿੱਡਾਂ ਤੇ ਗੱਲ ਆ ਗਈ, ਸਾਡੀ ਜ਼ਮੀਨ ਤੇ ਗੱਲ ਆ ਗਈ, ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ, ਕਬਰਾਂ 'ਚ ਧੱਕੀ ਜਾਂਦੇ ਹੋ। ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ, ਕਿੰਨਾ ਈਜ਼ੀ ਆ ਸਾਨੂੰ ਦੇਸ਼ ਧਰੋਹੀ ਕਹਿਣਾ। ਜੇ ਅਸੀਂ ਉਹਨਾਂ ਲਈ ਸਰਹੱਦ ਤੇ ਬੰਦੂਕ ਫੜ ਕੇ ਜਾਂਦੇ ਆ, ਲੜਦੇ ਆ, ਤੇ ਸਾਨੂੰ ਕਹਿੰਦੇ ਆ ਜੈ ਜਵਾਨ। ਜੇ ਅਸੀਂ ਆਪਦੇ ਹੱਕ ਮੰਗਦੇ ਆ, ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ? ਅਦਰਵਾਈਜ਼ ਸਾਨੂੰ ਅੱਜ ਅੱਤਵਾਦੀ ਕਹਿ ਦੇਣਗੇ, ਸਾਨੂੰ ਖਾਲਿਸਤਾਨੀ ਕਹਿ ਦੇਣਗੇ, ਸਾਨੂੰ ਸੈਪਰੇਟਿਸਟ ਕਹਿ ਦੇਣਗੇ, ਸਾਨੂੰ ਪਾਕਿਸਤਾਨੀ ਕਹਿ ਦੇਣਗੇ, ਸਾਨੂੰ ਦੇਸ਼ ਧਰੋਹੀ ਕਹਿ ਦੇਣਗੇ। ਤੁਸੀਂ ਆਪਦੇ ਹੱਕ ਮੰਗਣ ਨਿਕਲੋ ਤਾਂ ਸਹੀ। ਆਹ ਦੇਖੋ ਕੀ ਕਰਦੇ ਆ ਇਹ ਸਰਕਾਰਾਂ ਕਰਦੀਆਂ, ਸਾਡੀਆਂ ਸਟੇਜਾਂ ਤੋਂ ਨਹੀਂ ਹੁੰਦਾ। ਅਸੀਂ ਨਾ ਐਕਸਟ੍ਰੀਮ ਲੈਫਟ ਜਾਂਦੇ ਆ, ਨਾ ਐਕਸਟ੍ਰੀਮ ਰਾਈਟ ਜਾਂਦੇ ਆ, ਅਸੀਂ ਸੈਂਟਰ 'ਚ ਰਹਿੰਦੇ ਆ। ਅਸੀਂ ਮਾਨਵਤਾ ਦੀ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਇਹ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋ ਅਗਲਾ ਸਵਾਲ, ਹਾਂਜੀ ਹੁਣ, ਹਾਂਜੀ 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 ਭਾਈ ਤਾੜੀਆਂ ਨਾ ਮਾਰੋ, ਆਪਾਂ ਤਾੜੀਆਂ ਮਾਰਨ ਵਾਸਤੇ ਨਹੀਂ ਇਕੱਠੇ ਹੋਏ, ਸੰਵਾਦ ਕਰਨ ਵਾਸਤੇ ਇਕੱਠੇ ਹੋਏ ਆ।